ਸਾਧ ਸੰਗਤ ਦਾ ਮਹਾਤਮ ਅੱਜ ਦੇ ਪਵਿੱਤਰ ਸ਼ਬਦ ਵਿੱਚ ਸਤਿਗੁਰਾਂ ਨੇ ਦਰਸਾਇਆ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਇਆਂ ਜਿੱਥੇ ਸਰੀਰ ਕਰਕੇ ਗੁਰੂ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ, ਉੱਥੇ ਸੁਰਤੀਆਂ ਦੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਿੰਗਲ ਪਰਬਤ ਪਾਰ ਪਰੀ ਖਾਲ ਚਾਤੁਰ ਬਕੀਤਾ। ਰਾਗ ਬਿਲਾਵਲ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਸਾਧ ਸੰਗਤ ਦਾ ਪ੍ਰਤਾਪ ਹੈ, ਸਾਧੂ ਸੰਗਤ ਦੀ ਮਹਿਮਾ ਹੈ ਕਿ ਸਾਧ ਦੀ ਸੰਗਤ ਕਰਨ ਵਾਲੇ ਜਿਹੜੇ ਪਿੰਗਲੇ ਹਨ ਉਹ ਪਰਬਤਾਂ ਤੇ ਚੜ੍ਹ ਕੇ ਪਾਰ ਉਤਰ ਜਾਂਦੇ ਹਨ। ਪਿੰਗਲਾ ਕਿਸ ਨੂੰ ਕਿਹਾ? ਆਮ ਕਰਕੇ ਪਿੰਗਲਾ ਉਹਨੂੰ ਕਹਿ ਦਿੰਦੇ ਆ ਜਿਹਦੇ ਕੋਲ ਪੈਰ ਨਾ ਹੋਣ, ਲੱਤਾਂ ਨਾ ਹੋਣ, ਤਾਂ ਆਪਾਂ ਕਹਿ ਦਿੰਦੇ ਪਿੰਗਲਾ ਹੈ। ਹੱਥ ਤੇ ਪੈਰ ਕੰਮ ਨਾ ਕਰਦੇ ਹੋਣ, ਪਰਮਾਰਥ ਦੇ ਰਸਤੇ ਤੇ ਚੱਲਣ ਵਾਸਤੇ, ਪਰਮਾਤਮਾ ਦੇ ਘਰ ਦੇ ਰਾਹ ਦੇ ਉੱਤੇ ਟੁਰਨ ਵਾਸਤੇ ਸ਼ੁਭ ਕਰਮਾਂ ਰੂਪੀ ਪੈਰ ਚਾਹੀਦੇ ਨੇ। ਚੰਗੇ ਕਰਮ, ਚੰਗੇ ਕਰਮਾਂ ਦੇ ਪੈਰ ਜਿਨ੍ਹਾਂ ਕੋਲ ਹੋਣਗੇ ਉਹੀ ਪਰਮਾਰਥ ਦੇ ਰਸਤੇ ਤੇ ਟੁਰ ਸਕਦੇ ਨੇ, ਚੱਲ ਸਕਦੇ ਨੇ। ਔਰ ਪਰਮਾਰਥ ਦੇ ਰਾਹ ਤੇ ਚੱਲ ਕੇ ਜਿਹੜਾ ਸੰਸਾਰ ਰੂਪੀ ਪਹਾੜ ਹੈ ਇਹਨੂੰ ਚੜ੍ਹ ਕੇ ਪਾਰ ਉਤਰ ਸਕਦੇ ਨੇ। ਹੁਣ ਜਿਹਦੇ ਕੋਲ ਸ਼ੁਭ ਕਰਮਾਂ ਰੂਪੀ ਪੈਰ ਹੈ ਨਹੀਂ, ਉਹਨੂੰ ਫਿਰ ਪਿੰਗਲਾ ਹੀ ਕਵਾਂਗੇ ਨਾ। ਹੇ ਪ੍ਰਭੂ, ਸਾਡੇ ਕੋਲ ਸ਼ੁਭ ਕਰਮਾਂ ਰੂਪੀ ਪੈਰ ਕੋਈ ਨਹੀਂ। ਅਸੀਂ ਤਾਂ ਹਮੇਸ਼ਾ ਮੰਦਾ ਹੀ ਚਿਤਵਦੇ ਹਾਂ ਤੇ ਮੰਦਾ ਹੀ ਕਰਦੇ ਹਾਂ। ਚਿਤਵਣਾ ਵੀ ਮੰਦਾ ਹੈ ਤੇ ਸਾਡਾ ਜਿਹੜਾ ਕਰਮ ਨੇ ਉਹ ਵੀ, ਸਾਡੇ ਕਰਮ ਵੀ ਮੰਦੀ ਨੇ। ਭਲੇ ਕਰਮਾਂ 'ਚ ਅਸੀਂ ਪ੍ਰਵਿਰਤ ਨਹੀਂ ਹਾਂ, ਪਰ ਅਸੀਂ ਜੋ ਸ਼ੁਭ ਕਰਮਾਂ ਦੇ ਪੈਰਾਂ ਤੋਂ ਬਿਨਾਂ ਪਿੰਗਲੇ ਹਾਂ, ਸਾਧ ਸੰਗਤ ਕਰਕੇ, ਸੰਗਤ ਦੇ ਪ੍ਰਤਾਪ ਦੁਆਰਾ ਇਹ ਸੰਸਾਰ ਰੂਪੀ ਪਹਾੜ ਤੇ ਚੜ੍ਹ ਕੇ ਨੂੰ ਪਾਰ ਉਤਰ ਸਕਦੇ ਹਾਂ। ਇਹ ਸੰਗਤ ਦਾ ਗੁਣ ਹੈ, ਸਾਧ ਸੰਗਤ ਦਾ। ਇਹ ਸਾਧੂ ਸੰਗ ਦਾ ਪ੍ਰਤਾਪ ਹੈ ਕਿ ਸਾਧ ਸੰਗਤ ਕਰਨ ਵਾਲੇ ਜਿਤਨੇ ਸਤ ਸੰਗੀ ਨੇ ਉਹ ਸੰਗਤ ਦੇ ਪ੍ਰਤਾਪ ਨਾਲ ਇਹ ਸੰਸਾਰ ਰੂਪੀ ਪਹਾੜ ਤੋਂ ਚੜ੍ਹ ਕੇ ਪਾਰ ਉਤਰ ਜਾਂਦੇ ਨੇ। ਬਹੁਤ ਸਾਰੇ ਪ੍ਰੇਮੀ ਜਗਿਆਸੂ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਤਪ ਸਥਾਨ ਹੇਮਕੁੰਟ ਸਾਹਿਬ ਦੀ ਯਾਤਰਾ ਕਰਦੇ ਹਨ। ਕੁਝ ਸਾਲ ਹੋਏ ਇੱਕ ਸੱਜਣ ਦੇ ਪੈਰ ਨਹੀਂ ਸਨ। ਜਗਿਆਸਾ ਹੋ ਗਈ ਕਿ ਹੇਮਕੁੰਟ ਸਾਹਿਬ ਮਹਾਰਾਜ ਜੀ ਦੇ ਪਾਵਨ ਤਪ ਸਥਾਨ ਦੇ ਦਰਸ਼ਨ ਕਰਨੇ ਨੇ। ਕੁਝ ਨੌਜਵਾਨ ਗੁਰਸਿੱਖਾਂ ਨੇ ਉਦਮ ਕੀਤਾ, ਕਹਿਣ ਲੱਗੇ ਚਲੋ ਅਸੀਂ ਤੁਹਾਨੂੰ ਇਹ ਦਰਸ਼ਨ ਕਰਵਾ ਕੇ ਲਿਆਉਨੇ ਆ। ਉਹ ਚੁੱਕ ਕੇ ਲੈ ਗਏ, ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਕਰਵਾਏ ਤੇ ਵਾਪਸ ਲੈ ਕੇ ਆਏ ਤਾਂ ਉਹਦੀ ਰਸਨਾ ਤੇ ਬੋਲ ਸੀ ਕਿ ਪਿੰਗਲ ਪਰਬਤ ਪਾਰ ਪਰੇ ਸੁਣਿਆ ਸੀ, ਪਰ ਕਲਗੀਧਰ ਜੀ ਨੇ ਇੱਥੇ ਪ੍ਰਤੱਖ ਵਰਤਾ ਦਿੱਤਾ ਕਿ ਮੈਨੂੰ ਪਿੰਗਲੇ ਨੂੰ ਏਡੇ ਏਡੇ ਵੱਡੇ ਪਹਾੜ ਚੜਾ ਕੇ ਆਪਣੇ ਦਰਬਾਰ ਦੇ ਦਰਸ਼ਨ ਦੇ ਦਿੱਤੇ। ਸੰਗਤ ਦਾ ਪ੍ਰਤਾਪ ਸੀ। ਨਾਲ ਸਤਸੰਗੀ ਸਨ, ਗੁਰਮੁਖ ਸਨ, ਉਹਨਾਂ ਨੇ ਦਰਸ਼ਨ ਕਰਾ ਦਿੱਤੇ। ਸੰਗਤ ਦਾ ਪ੍ਰਤੱਖ ਪ੍ਰਤਾਪ ਹੈ।
संगत का गुण बहुत अधिकाई। साध संगत का बड़ा वड्डा गुण है। संगत का ही प्रताप सी ना। गणका ने तोते की संगत की, ਉਹਨੂੰ नाम जपाउंदी जपाउंदी आप भी मुक्त हो गई। मुक्त हो गई। ये संगत का ही प्रताप सी। साधु जनां दी संगत, एक रात संगत कीती, उन्हां दी सेवा कीती। वो साधु दी एक रात दी संगत दे प्रताप नाल ही गणका दे सारे पाप कट्टे गए और मुक्त हो गए। तो पिंगले पर्वत ते चढ़ के पार हो गए। खाल चतर बकीता, खाल कहंदे ने मूर्ख नूं। संगत दा प्रताप है साधु संग दा। ਜਿਹੜੇ ਖਲ ਤੇ ਮੂਰਖ ਸਨ ਉਹ ਚਾਰ ਵੇਦਾਂ ਦੇ ਵਕਤਾ ਬਣ ਗਏ। ਮੂਰਖਾਂ ਨੂੰ ਪੰਡਤ ਬਣਾ ਦਿੱਤਾ। ਇਹ ਗੁਰੂ ਸਾਹਿਬ ਦੀ ਸੰਗਤ ਦਾ ਪ੍ਰਤਾਪ ਹੈ ਕਿ ਮੂਰਖ ਪੰਡਤ ਹੋ ਜਾਂਦੇ ਨੇ, ਔਰ ਜਿਹੜੇ ਪੰਡਤ ਹੰਕਾਰ ਦੇ ਵਿੱਚ ਹੈਂਕੜ ਚ ਹੁੰਦੇ ਨੇ ਉਹ ਪੰਡਤ ਮੂਰਖ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ एक कथा लिखी है गांगे पंडित दी। गांगा पंडित जिहड़ा अख तो काना सी, एक राजे दे पास ओहदा आवन जान सी। एक पंडित आया, बड़ा मारतंड विद्वान, 6 शास्त्रां दा ज्ञानी। वो आके कहन लगा राजे नूं भी मैं सुनिया तेरे कोल बड़े बड़े पंडित ने, मेरे नाल किसे पंडित दे शास्त्रार्थ करवाओ तां मैं मन्ना भी तेरे कोल वड्डे पंडित ने। कई पंडित ना कर गए भी एडे वड्डे पंडित नूं कौन हरावेगा, चर्चा करके बेइज्जती होवेगी। अपना निरादर कराण नालों चंगा भी इस पंडित नाल चर्चा ही ना करिए। ਜਿਹੜਾ ਉਹ ਗਾਂਗਾ ਪੰਡਤ ਸੀ ਨਾ, ਅੱਖ ਤੋਂ ਕਾਣਾ, ਬਿਲਕੁਲ ਹੀ ਅਨਪੜ੍ਹ, ਕੁਝ ਨਹੀਂ ਸੀ ਪੜਿਆ ਹੋਇਆ। ਰਾਜੇ ਨੂੰ ਕਹਿਣ ਲੱਗਾ ਮੈਂ ਕਰਾਂਗਾ ਇਹਦੇ ਨਾਲ ਅਰਥ, ਮੇਰੇ ਨਾਲ ਕਰੇ ਚਰਚਾ ਜਿਹੜੀ ਕਰਨੀ ਹੈ ਇਹਨੇ। ਕਹਿੰਦੇ ਚਲੋ ਕੱਲ ਦਾ ਦਿਨ ਮੁਕਰਰ ਕੀਤਾ ਜਾਂਦਾ ਵੀ ਕੱਲ ਨੂੰ ਇਹਨਾਂ ਦੋਨਾਂ ਦੀ ਚਰਚਾ ਹੋਵੇਗੀ, ਗਾਂਗੇ ਪੰਡਤ ਦੀ ਤੇ ਇਸ ਵਿਦਵਾਨ ਪੰਡਤ ਦੀ। गांगा पंडित आया, सभा लगी हुई सी, पैरां 'ਚ जुत्ती पाई सी ते मन 'ਚ सोचिया कोई जुत्ती चुक के ही ना लै जे। बाहर लाई तां ਉਹਨੇ ਉਹ जुत्ती चुकी ते एक कपड़े दे विच लपेट के कच्छ 'ਚ मार लई भी अंदर लै जांगा, बहाने नाल भी कोई चुकेगा नहीं। जदों अंदर गया ते ਜਿਹੜਾ ਉਹ ਵਿਦਵਾਨ ਪੰਡਤ ਸੀ ਉਹਨੇ ਦੀ ਕੱਛ ਦੇ ਵਿੱਚ ਜੁੱਤੀ ਵੇਖੀ। ਹੁਣ ਇਹ ਤਾਂ ਕੱਪੜੇ 'ਚ ਲਪੇਟੀ ਦਾ ਕੀ ਪਤਾ ਲੱਗਦਾ ਸੀ ਵੀ ਜੁੱਤੀ ਹੈ ਕਿ ਕੀ ਹੈ। ਕਹਿਣ ਲੱਗਾ ਗਾਂਗਾ ਜੀ ਇਹ ਕੀ? ਕਹਿੰਦਾ ਇਹ ਕੰਟਕ ਨਿਵਾਰਨ ਚੂਰਨ ਗ੍ਰੰਥ ਹੈ, ਵੀ ਪੈਰ 'ਚ ਕੰਡਾ ਨਹੀਂ ਲੱਗਣ ਦਿੰਦੀ। ਕਹਿਣਾ ਤਾਂ ਇਹ ਸੀ। ਕਹਿੰਦਾ ਕੰਟਕ ਨਿਵਾਰਨ ਚੂਰਨ ਗ੍ਰੰਥ ਹੈ ਇਹ। ਹੁਣ ਉਹ ਜਿਹੜਾ ਪੰਡਤ ਸੀ ਉਹ ਹੱਕਾ ਬੱਕਾ ਹੋ ਗਿਆ ਵੀ ਇਹ ਗ੍ਰੰਥ ਤਾਂ ਮੈਂ ਕਦੇ ਪੜ੍ਹਿਆ ਹੀ ਕੋਈ ਨਹੀਂ, ਵੀ ਜੇ ਨੇ ਇਹਦੇ ਚੋਂ ਸਵਾਲ ਕਰ ਲਏ ਤੇ ਮੈਂ ਜਵਾਬ ਕਿਵੇਂ ਦਿਆਂਗਾ। ਮਨ ਹੀ ਮਨ ਸੋਚਣ ਲੱਗ ਪਿਆ। ਉਹਨੇ ਇੱਕ ਸ਼ਰਤ ਰੱਖ ਦਿੱਤੀ, ਕਹਿਣ ਲੱਗਾ ਰਾਜਾ ਵੀ ਮੈਂ ਜਿਹੜੇ ਸ਼ਾਸਤਰ ਅਰਥ ਕਰਨੇ ਨੇ ਬੋਲ ਕੇ ਨਹੀਂ ਕਰਨੇ, ਇਸ਼ਾਰਿਆਂ ਨਾਲ ਕਰਨੇ ਨੇ। भी पुछो गांगे पंडित नूं मंजूर है? गांगा कहंदा बिल्कुल मंजूर है, तू बोल के अर्थ करने ने तां कर लै, मेरे कोल कंटक निवारण चूर्ण ग्रंथ हैगा पहलों ही। जे चुप रह के करना, इशारियां नाल चर्चा करनी तां ओह भी कर लै, मैं तैयार बैठा। उहने आख्या भी इहदा बड़े हौसले विच है। तो उस विद्वान पंडित ने अपने हथ दा इशारा करदिआं एक उंगल खड़ी की। ਉਹਨੇ ਤਾਂ ਆਖਿਆ ਵੀ ਬ੍ਰਹਮ ਇੱਕ ਹੈ। ਉਂਗਲ ਇੱਕ ਖੜੀ ਕਰਨ ਦਾ ਮਤਲਬ ਵੀ ਜਿਹੜਾ ਰੱਬ ਹੈ ਉਹ ਇੱਕ ਹੈ। ਗਾਂਗਾ ਪੰਡਤ ਕੁਝ ਹੋਰ ਹੀ ਸਮਝੀ ਜਾਵੇ ਅੱਗੋਂ।
ਉਹਨੇ ਸੋਚਿਆ ਵੀ ਮੈਨੂੰ ਕਹਿੰਦਾ ਵੀ ਤੂੰ ਕਾਣਾ, ਤੇਰੀ ਇੱਕ ਅੱਖ ਹੈ ਤੇ ਮੈਂ ਤੇਰੀ ਇੱਕ ਅੱਖ ਜਿਹੜੀ ਰਹਿ ਗਈ ਹੈ ਵੀ ਕੱਢ ਦੇਣੀ। ਗਾਂਗਾ ਕਾਣਾ ਸੀ ਨਾ, ਅੱਖ ਕੋਈ ਨਹੀਂ ਸੀ ਇੱਕ। ਸੋਚਿਆ ਹੀ ਜਾਵੇ ਵੀ ਇਹ ਮੈਨੂੰ ਉਂਗਲ ਵਿਖਾ ਕੇ ਕਹਿੰਦਾ ਵੀ ਤੇਰੀ ਇੱਕ ਅੱਖ ਜਿਹੜੀ ਆ ਮੈਂ ਕੱਢ ਦੇਣੀ। ਇਹਨੇ ਦੋ ਉਂਗਲਾਂ ਖੜੀਆਂ ਕਰਤੀਆਂ, ਦੋ ਉਂਗਲਾਂ ਖੜੀਆਂ ਕਰਕੇ ਇਸ਼ਾਰਾ ਕੀਤਾ ਵੀ ਤੂੰ ਇੱਕ ਅੱਖ ਕੱਢੇਗਾ, ਮੈਂ ਤੇਰੀਆਂ ਦੋਵੇਂ ਹੀ ਕੱਢ ਦੂੰ। ਹੁਣ ਉਹ ਜਿਹੜਾ ਵਿਦਵਾਨ ਪੰਡਤ ਸੀ ਉਹਨੇ ਦੋ ਉਂਗਲਾਂ ਵੇਖੀਆਂ ਤੇ ਵੇਖ ਕੇ ਅੰਦਾਜ਼ਾ ਲਾਇਆ ਵੀ ਗਾਂਗਾ ਪੰਡਤ ਕਹਿੰਦਾ ਵੀ ਰੱਬ ਇੱਕ ਹੈ ਪਰ ਦੂਜੀ ਨਾਲ ਮਾਇਆ, ਇਹ ਤਾਂ ਦੋ ਉਂਗਲਾਂ ਖੜੀਆਂ ਕਰਦਾ। ਫਿਰ ਉਹਨੇ ਅੱਗੋਂ ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ ਵਿਦਵਾਨ ਪੰਡਤ ਨੇ ਵੀ ਪੰਜ ਤੱਤ ਨੇ, ਆਕਾਸ਼, ਜਲ, ਧਰਤੀ, ਅਗਨੀ, ਪਵਨ, ਇਹ ਪੰਜ ਤੱਤ ਨੇ। ਹੁਣ ਗਾਂਗਾ ਪੰਡਤ ਸਮਝੇ ਵੀ ਮੈਨੂੰ ਕਹਿੰਦਾ ਚਪੇੜ ਮਾਰੂ ਤੈਨੂੰ। ਇਹਨੇ ਅੱਗੋਂ ਪੰਜੇ ਉਂਗਲਾਂ ਇਕੱਠੀਆਂ ਕਰਕੇ ਮੁੱਕਾ ਵੱਟ ਲਿਆ। ਮੁੱਕਾ ਵੱਟ ਕੇ ਉਹਨੂੰ ਵਿਖਾਉਂਦਾ ਵੀ ਤੂੰ ਚਪੇੜ ਮਾਰੇਗਾ ਤੇ ਮੈਂ ਘਸੁੰਨ ਮਾਰ ਕੇ ਦੰਦ ਕੱਢ ਦੂੰ ਤੇਰੇ। ਹੁਣ ਉਹਨੇ ਅੱਗੋਂ ਪੰਡਤ ਜਿਹੜਾ ਸੀ ਉਹਨੇ ਸੋਚਿਆ ਵੀ ਮੈਂ ਪੰਜ ਤੱਤ ਕਹੇ ਨੇ, ਇਹ ਕਹਿੰਦਾ ਵੀ ਪੰਜ ਵੱਖੋ ਵੱਖਰੇ ਨਹੀਂ, ਪੰਜੇ ਇਕੱਠੇ ਕਰਕੇ ਸਰੀਰ ਬਣ ਗਿਆ। ਪੰਜੇ ਤੱਤ ਇਕੱਠੇ ਹੋ ਗਏ। ਉਹ ਪੰਡਤ ਨੇ ਅੱਗੋਂ ਕੋਈ ਉਹਨੂੰ ਇਸ਼ਾਰਾ ਹੀ ਨਾ ਸੁੱਝੇ ਤੇ ਹੱਥ ਜੋੜ ਕੇ ਮੱਥਾ ਟੇਕਦਾ ਕਹਿੰਦਾ ਮੈਂ ਹਾਰ ਗਿਆ। ਤੇ ਅੱਗੋਂ ਗਾਂਗਾ ਪੰਡਤ ਕਹਿੰਦਾ ਹਾਲੇ ਤਾਂ ਵਾਟਿਆ ਹੀ ਸੀ ਮੈਂ, ਜੇ ਕਿਤੇ ਛੱਡ ਦਿੰਦਾ ਫਿਰ ਪਤਾ ਨਹੀਂ ਕੀ ਹੁੰਦਾ, ਵੀ ਤੈਨੂੰ ਤਾਂ ਵੇਖ ਕੇ ਹੀ ਤੂੰ ਹਾਰ ਗਿਆ। ਗਾਂਗੇ ਪੰਡਤ ਦੀ ਜੈ ਜੈਕਾਰ, ਗਾਂਗਾ ਕਾਣਾ ਜੈ ਜੈਕਾਰ, ਗਾਂਗਾ ਕਾਣਾ ਜੈ ਜੈਕਾਰ ਹੋਣ ਲੱਗ ਪਈ। ਪਰਮੇਸ਼ਰ ਨੂੰ ਭਾਵੇ ਤੇ ਮੂਰਖਾਂ ਨੂੰ ਪੰਡਤਾਂ ਕੋਲੋਂ ਵਿਜੈ ਪ੍ਰਾਪਤ ਕਰਾ ਦਿੰਦਾ ਤੇ ਵੱਡੇ ਵੱਡੇ ਪੰਡਤ ਹਾਰ ਜਾਂਦੇ ਆ ਮੂਰਖਾਂ ਦੇ ਸਾਹਮਣੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਹ ਸਮਰੱਥਾ ਹੈ, ਜੇ ਉਹਨੂੰ ਭਾਵੇ ਤੇ ਖਲਾਂ ਤੇ ਮੂਰਖਾਂ ਨੂੰ ਚਾਰ ਵੇਦਾਂ ਦਾ ਵਕਤਾ ਬਣਾ ਦਿੰਦਾ। ਖਲ, ਚਤਰ, ਬਕੀਤਾ। ਖਲ ਕਹਿੰਦੇ ਨੇ ਮੂਰਖ ਨੂੰ। ਛੱਜੂ ਝੀਵਰ ਮੂਰਖ ਹੀ ਸੀ, ਨਾ ਬੋਲਣਾ ਆਉਂਦਾ ਤੇ ਨਾ ਹੀ ਸੁਣਦਾ ਹੈ, ਗੂੰਗਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਸਿਰ ਤੇ ਛੜੀ ਧਰਦੇ ਨੇ ਤੇ ਚਾਰ ਵੇਦਾਂ ਦਾ ਵਕਤਾ ਹੋ ਜਾਂਦਾ, ਚਤਰ ਵਕਤਾ ਹੋ ਜਾਂਦਾ। ਇਹ ਗੁਰੂ ਪਾਤਸ਼ਾਹ ਦਾ ਪ੍ਰਤਾਪ ਹੈ, ਸਤਿਗੁਰਾਂ ਦੀ ਸੰਗਤ ਦਾ ਪ੍ਰਤਾਪ ਹੈ ਕਿ ਜਿਹੜੇ ਖਲ ਨੇ ਉਹ ਚਤਰ ਬਕੀਤਾ, ਚਾਰ ਵੇਦਾਂ ਦੇ ਵਕਤਾ ਤੇ 6 ਸ਼ਾਸਤਰਾਂ ਦੇ ਵਕਤਾ ਹੋ ਜਾਂਦੇ ਹਨ। ਅੰਧੁਲੇ ਤ੍ਰੈ ਭਾਵਨ ਸੂਝਿਆ, ਗੁਰ ਭੇਟ ਪੁਨੀਤਾ। ਜਿਹੜੇ ਅੰਧਲੇ ਸੀ, ਜਿਨ੍ਹਾਂ ਕੋਲ ਗਿਆਨ ਰੂਪੀ ਨੇਤਰ ਨਹੀਂ ਸਨ, ਸਾਧ ਸੰਗਤ ਦਾ ਇਹ ਪ੍ਰਤਾਪ ਹੈ ਕਿ ਗੁਰੂ ਨੂੰ ਮਿਲ ਕੇ ਜਿਹੜੇ ਅੰਨੇ ਸਨ ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਤਿੰਨੇ ਭਵਨ ਉਹਨਾਂ ਨੂੰ ਦਿਸਣ ਲੱਗ ਪਏ ਵੀ ਇਹ ਤਿੰਨੇ ਭਵਨ ਨਾਸ਼ਵਾਨ ਨੇ, ਇਹ ਤਿੰਨੇ ਭਵਨ ਬਿਨਸਣੇ ਵਾਲੇ ਨੇ। ਤਿੰਨ ਭਵਨ ਕਿਹੜੇ ਨੇ? ਏਕਾ ਮਾਤ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ। ਇਹ ਤਿੰਨ ਭਵਨ ਨੇ। ਥੱਲੇ ਨੂੰ ਜਾਓ ਤੇ ਲੱਖਾਂ ਪਤਾਲ ਨੇ, ਉੱਪਰ ਨੂੰ ਜਾਓ ਤੇ ਲੱਖਾਂ ਆਕਾਸ਼ ਨੇ, ਧਰਤੀ ਵੱਲ ਵਿਚਰੋ ਤੇ ਲੱਖਾਂ ਹੀ ਧਰਤੀਆਂ ਨੇ, ਪਰ ਕਹਿਣਾ ਤਾਂ ਤਿੰਨ ਭਵਨ ਹੀ ਪਵੇਗਾ ਨਾ। ਇਹ ਜਿਹੜੇ ਤਿੰਨੇ ਭਵਨਾਂ ਦੀ ਸੋਝੀ ਉਹਨਾਂ ਗੁਰਮੁਖਾਂ ਨੂੰ ਹੋ ਜਾਂਦੀ ਹੈ ਜਿਹੜੇ ਗੁਰੂ ਨੂੰ ਮਿਲਦੇ ਨੇ, ਕਿ ਇਹ ਜਿਹੜੇ ਤਿੰਨੇ ਭਵਨ ਨੇ ਇਹ ਨਾਸ਼ਵਾਨ ਨੇ, ਬਿਨਸਣ ਵਾਲੇ ਨੇ। ਹਾਂਜੀ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਹੇ ਮੇਰੇ ਮਿੱਤਰ, ਇਹ ਸਾਧੂ ਸੰਗਤ ਦੀ ਮਹਿਮਾ ਹੈ, ਇਹ ਸਾਧ ਸੰਗਤ ਦਾ ਪ੍ਰਤਾਪ ਹੈ। ਧਿਆਨ ਨਾਲ ਸੁਣੋ, ਸਾਧ ਸੰਗਤ ਦੀ ਮਹਿਮਾ ਵੱਡੀ ਹੈ। ਮੈਲ ਖੋਈ ਕੋਟ ਅਘ ਹਰੀ, ਨਿਰਮਲ ਭਈ ਚੀਤਾ। ਜਿਹੜੇ ਸਾਧ ਸੰਗਤ ਕਰਦੇ ਨੇ ਉਹਨਾਂ ਦੇ ਵਿਸ਼ੇ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ, ਕਰੋੜਾਂ ਪਾਪ ਉਹਨਾਂ ਦੇ ਕੱਟੇ ਜਾਂਦੇ ਹਨ, ਔਰ ਉਹਨਾਂ ਦੇ ਹਿਰਦੇ, ਉਹਨਾਂ ਦੇ ਅੰਤਸ਼ਕਰਨ, ਉਹਨਾਂ ਦੇ ਚਿੱਤ ਨਿਰਮਲ ਤੇ ਪਵਿੱਤਰ ਹੋ ਜਾਂਦੇ ਨੇ।
ਜਿਹੜੇ ਸਾਧ ਸੰਗਤ ਕਰਦੇ, ਸਾਧ ਸੰਗਤ ਦੀ ਮਹਿਮਾ ਹੈ ਕਿ ਵਿਸ਼ਿਆਂ ਵਿਕਾਰਾਂ ਦੀ ਮੈਲ ਖੋਈ ਜਾਂਦੀ ਹੈ, ਕਰੋੜਾਂ ਪਾਪ ਹਰੇ ਜਾਂਦੇ ਨੇ ਔਰ ਹਿਰਦਾ ਨਿਰਮਲ ਤੇ ਸ਼ੁੱਧ ਹੋ ਜਾਂਦਾ ਹੈ। ਹਾਂਜੀ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਮਹਾਰਾਜ ਜੀ ਫਰਮਾਉਂਦੇ ਕਿ ਉਸ ਗੋਬਿੰਦ ਦੀ ਭਗਤੀ ਇਹੋ ਜੀ ਹੈ ਕਿ ਵੇਖੋ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਇਹ ਕਿਵੇਂ ਹੋ ਸਕਦਾ ਵੀ ਕੀੜੀ ਹਾਥੀ ਨੂੰ ਜਿੱਤ ਲਏ? ਕੀੜੀ ਵਿੱਚ ਇੰਨੀ ਕਲਾ ਪਰਮੇਸ਼ਰ ਨੇ ਪੈਦਾ ਕੀਤੀ, ਉਹ ਹਾਥੀ ਨੂੰ ਮਾਰ ਕੇ ਜ਼ਮੀਨ ਤੇ ਸੁੱਟ ਸਕਦੀ ਹੈ। ਕਿੱਥੇ ਹਾਥੀ ਤੇ ਕਿੱਥੇ ਕੀੜੀ। ਇਸੇ ਤਰ੍ਹਾਂ ਪਰਮੇਸ਼ਰ ਦੀ ਭਗਤੀ ਦਾ ਇਹ ਪ੍ਰਤਾਪ ਹੈ ਕਿ ਜਿਹੜੀ ਨਿਮਰਤਾ ਰੂਪੀ ਕੀੜੀ ਆ ਉਹ ਹੰਕਾਰ ਰੂਪੀ ਹਾਥੀ ਨੂੰ ਜਿੱਤ ਲੈਂਦੀ ਹੈ। ਇੱਥੇ ਕੀਟ ਦਾ ਅਰਥ ਕਰਾਂਗੇ ਨਿਮਰਤਾ ਤੇ ਹਾਥੀ ਦਾ ਅਰਥ ਕਰਾਂਗੇ ਹੰਕਾਰ। ਕਹਿੰਦੇ ਨਿਮਰਤਾ ਰੂਪੀ ਕੀੜੀ ਨੇ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਿਆ। ਜੋ ਜੋ ਕੀਨੋ ਆਪਨੋ ਤਿਸ ਆਪੈ ਦਾਨ ਦਿੱਤਾ। ਜਿਸ ਜਿਸ ਨੂੰ ਵਾਹਿਗੁਰੂ ਨੇ ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਕਰ ਲਿਆ, ਜਿਹਨੂੰ ਆਪਣਾ ਬਣਾ ਲਿਆ ਵੀ ਇਹ ਮੇਰਾ ਹੈ, ਉਹਨੂੰ ਅਭੈ ਪਦਵੀ, ਜਿਹਨੂੰ ਆਪਾਂ ਨਿਰਭਉ ਪਦਵੀ ਕਹਿੰਦੇ ਆ, ਨਿਰਭਉ ਪਦਵੀ ਦਾ ਦਾਨ ਵਾਹਿਗੁਰੂ ਨੇ ਪਰਮੇਸ਼ਰ ਨੇ ਬਖਸ਼ ਦਿੱਤਾ। ਉਹਦੇ ਅੰਦਰ ਨਿਰਭੈਤਾ ਦਾ ਦਾਨ ਬਖਸ਼ ਕੇ ਨਿਵਾਜਿਆ। ਸਿੰਘ ਬਿਲਾਏ ਹੋਏ ਗਇਓ ਤ੍ਰਿਣ ਮੀਰਦ ਕੀਤਾ। ਕਹਿੰਦੇ ਹੰਕਾਰ ਰੂਪੀ ਜਾਂ ਵਿਕਾਰ, ਕਾਮ ਤੇ ਕ੍ਰੋਧ ਰੂਪੀ ਜਿਹੜੇ ਸ਼ੇਰ ਸੀ, ਇਹ ਸ਼ੇਰ ਨੇ ਨਾ, ਕਾਮ ਵੀ ਸ਼ੇਰ ਹੈ, ਕ੍ਰੋਧ ਵੀ ਸ਼ੇਰ ਹੈ। ਇਹ ਵਿਕਾਰ ਬੱਬਰ ਸ਼ੇਰ ਵਾਂਗੂ ਸਨ, ਮਾਰਦੇ ਸਨ ਜੀਵਾਂ ਨੂੰ। ਪਰ ਕਹਿੰਦੇ ਜਦੋਂ ਸਤਿਗੁਰਾਂ ਦੀ ਸੰਗਤ ਕਰਨ ਲੱਗੇ ਤੇ ਆ ਜਿਹੜੇ ਵਿਕਾਰਾਂ ਰੂਪੀ ਸ਼ੇਰ ਸੀ ਇਹ ਬਿੱਲੀ ਬਣ ਗਏ। ਇਹ ਭਿੱਜੀ ਬਿੱਲੀ ਵਾਂਗੂ ਹੋ ਗਏ ਤੇ ਨੱਠ ਗਏ। ਔਰ ਘਾਹ ਦੇ ਕਿਣਕੇ ਵਾਂਗੂ ਜਿਹੜਾ ਮਨ ਡੋਲਦਾ ਫਿਰਦਾ ਸੀ, ਤ੍ਰਿਣ ਕਹਿੰਦੇ ਨੇ ਘਾਹ ਦੇ ਕਿਣਕੇ ਨੂੰ। ਜਿਵੇਂ ਘਾਹ ਦਾ ਕਿਣਕਾ ਹਵਾ ਦਾ ਬੁੱਲਾ ਆਇਆ ਤੇ ਐ ਤੋਂ ਇਉਂ ਚਲਾ ਗਿਆ, ਫਿਰ ਬੁੱਲਾ ਆਇਆ ਹਵਾ ਦਾ, ਫਿਰ ਇਉਂ ਚਲਿਆ ਗਿਆ, ਟਿਕਦਾ ਨਹੀਂ ਨਾ ਕਿਣਕਾ। ਕਹਿੰਦੇ ਏਦਾਂ ਜਿਹੜਾ ਸਾਡਾ ਮਨ ਸੀ ਇਹ ਸੀ ਕਿਣਕੇ ਦੇ ਸਮਾਨ। ਜਦੋਂ ਗੁਰੂ ਕੀ ਸੰਗਤ ਕਰਨ ਲੱਗੇ, ਕਿਣਕੇ ਦੇ ਸਮਾਨ ਡੋਲਣ ਵਾਲਾ ਜਿਹੜਾ ਇਹ ਮਨ ਸੀ ਸੁਮੇਰ ਪਰਬਤ ਵਾਂਗੂ ਅਚਲ ਹੋ ਗਿਆ। ਤ੍ਰਿਣ ਮੇਰ ਦਖੀਤਾ, ਇਹ ਸੁਮੇਰ ਪਰਬਤ ਵਾਂਗੂ ਅਡੋਲ ਹੋ ਗਿਆ। ਸ਼੍ਰਾਮ ਕਰਤੀ ਦਮ ਆਢ ਕੋ ਤੇ ਗਾਨੀ ਤਨੀਤਾ। ਅੱਧੀ ਦਮੜੀ ਵਾਸਤੇ ਮਸ਼ੱਕਤਾਂ ਘਾਲਦੇ ਫਿਰਦੇ ਸੀ, ਅੱਧੀ ਦਮੜੀ ਵਾਸਤੇ, ਅੱਧੀ ਕੌਡੀ ਵਾਸਤੇ ਭਟਕਦੇ ਫਿਰਦੇ ਸਾਂ। ਪਰ ਗੁਰੂ ਨੇ ਤਰਸ ਕੀਤਾ, ਦਇਆ ਕੀਤੀ। ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ, ਜਿਹੜੇ ਅੱਧੀ ਦਮੜੀ ਨੂੰ ਤਰਸਦੇ ਸੀ, ਮਹਾਰਾਜ ਜੀ ਨੇ ਉਹਨਾਂ ਨੂੰ ਧਨੀ ਬਣਾ ਦਿੱਤਾ, ਉਹਨਾਂ ਨੂੰ ਸ਼ਾਹੂਕਾਰ ਕਰ ਦਿੱਤਾ। ਜਿਹੜੇ ਗਰੀਬ ਤੇ ਕੰਗਲੇ ਕਹੇ ਜਾਣ ਵਾਲੇ ਸਨ, ਉਹਨਾਂ ਨੂੰ ਬਾਦਸ਼ਾਹ ਬਣਾ ਦਿੱਤਾ। ਆਖਿਆ ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਸਤਿਗੁਰਾਂ ਦਾ ਇਹ ਪ੍ਰਤਾਪ ਹੈ, ਗੁਰੂ ਕੀ ਸੰਗਤ ਦਾ ਇਹ ਪ੍ਰਤਾਪ ਹੈ ਕਿ ਸਤਿਗੁਰਾਂ ਨੇ ਮਿਹਨਤਾਂ ਮਸ਼ੱਕਤਾਂ ਕਰਨ ਵਾਲੇ ਗਰੀਬਾਂ ਤੇ ਕੰਗਲਿਆਂ ਨੂੰ ਬਾਦਸ਼ਾਹ ਬਣਾ ਦਿੱਤਾ, ਸ਼ਾਹੂਕਾਰ ਬਣਾ ਦਿੱਤਾ। ਕਵਨ ਬੜਾਈ ਕਹਿ ਸਕੋ ਬੇਅੰਤ ਗੁਨੀਤਾ। ਮੈਂ ਹੇ ਮੇਰੇ ਮਾਲਕ ਸੁਆਮੀ ਤੇਰੀ ਕਿੰਨੀ ਕੁ ਵਡਿਆਈ ਕਮਾਂ, ਕਿਹੜੀ ਕਿਹੜੀ ਵਡਿਆਈ ਦਾ ਕਿਹੜਾ ਕਿਹੜਾ ਗੁਣ ਕਹਾਂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ। ਮਹਾਰਾਜ ਜੀ ਕਿੰਨੀ ਕੁ ਵਡਿਆਈ ਕਰੀਏ ਤੁਹਾਡੀ, ਕਿੰਨੀ ਕੁ ਵਡਿਆਈ ਕਥਨ ਕਰੀਏ। ਮਹਾਰਾਜ ਜੀ ਤੁਸੀਂ ਬੇਅੰਤ ਗੁਣਾਂ ਦੇ ਅਥਾਹ ਸੁਆਮੀ ਹੋ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰਿਤਾ। ਹੇ ਪ੍ਰਭੂ ਜੀ ਮੇਰੇ ਤੇ ਕਿਰਪਾ ਕਰਕੇ ਆਪਣਾ ਨਾਮ ਦਿਓ।
ਮੈਂ ਤੁਹਾਡੇ ਦਰ ਦਾ ਸਰੀਤਾ ਗੋਲਾ ਹਾਂ, ਸੇਵਕ ਹਾਂ, ਤੁਹਾਡੇ ਦਰ ਦਾ ਨੌਕਰ ਹਾਂ ਮਹਾਰਾਜ। ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਇਹ ਦੋ ਪਾਠ ਕਰਦੇ ਆ ਮਹਾਂਪੁਰਸ਼। ਇੱਕ ਤਾਂ ਹੈ ਨਾਨਕ ਦਰ ਸਰੀਤਾ, ਦੂਜਾ ਪਾਠ ਟਕਸਾਲਾਂ ਵਿੱਚ ਇਦਾਂ ਵੀ ਕਰਾਇਆ ਜਾਂਦਾ, ਨਾਨਕ ਦਰਸ ਰੀਤਾ। ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨਾਂ ਤੋਂ ਖਾਲੀ ਹਾਂ, ਮੇਰੇ ਤੇ ਕਿਰਪਾ ਕਰਕੇ ਆਪਣਾ ਨਾਮ ਬਖਸ਼ੋ। ਨਾਨਕ ਦਰ ਸਰੀਤਾ, ਸਰੀਤਾ ਕਹਿੰਦੇ ਨੇ ਗੋਲੇ ਨੂੰ। ਮਹਾਰਾਜ ਮੈਂ ਤੁਹਾਡੇ ਦਰ ਘਰ ਦਾ ਗੋਲਾ ਹਾਂ, ਗੁਲਾਮ ਹਾਂ, ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਇਉਂ ਦੋ ਜਿਹੜੇ ਨੇ ਪਾਠ ਮਹਾਂਪੁਰਸ਼ ਕਰਾਉਂਦੇ। ਇਸੇ ਕਰਕੇ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਕੇ ਬਾਣੀ ਪੜ੍ਹਨ ਤੋਂ ਬਾਅਦ ਭੁੱਲ ਚੁੱਕ ਦੀ ਖਿਮਾ ਮੰਗਦੇ ਹਾਂ ਕਿ ਮਹਾਰਾਜ ਜੀ ਇਹ ਹੁਣ ਤੁਸੀਂ ਜਾਣੋ, ਕਿਉਂਕਿ ਲੜੀਵਾਰ ਸਰੂਪ ਹੁੰਦੇ ਸਨ ਖਾਲਸਾ ਜੀ। ਪਦਛੇਦ ਸਰੂਪ ਤਾਂ ਆ ਕੁਝ ਕੁ ਸਮੇਂ ਤੋਂ ਹੀ ਛਪਣ ਲੱਗੇ ਨੇ, ਪਹਿਲਾਂ ਸਾਰੀ ਬਾਣੀ ਲੜੀਵਾਰ ਸਰੂਪ ਹੁੰਦੇ। ਮਹਾਰਾਜ ਜੀ ਨੇ ਲੜੀਵਾਰ ਹੀ ਲਿਖੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਤਨੇ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਨੇ, ਤਖਤਾਂ ਤੇ ਲੜੀਵਾਰ ਸਰੂਪ ਪ੍ਰਕਾਸ਼ ਕਰਨ ਦਾ ਮਤਾ ਹੈ। ਤੋ ਇਸੇ ਕਰਕੇ ਬਾਅਦ ਚ ਆਪਾਂ ਭੁੱਲ ਚੁੱਕ ਦੀ ਖਿਮਾ ਯਾਚਨਾ ਕਰਦੇ ਹਾਂ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਆਪ ਜਾਣਨ, ਪਾਠ ਦੋ ਤਰੀਕੇ ਨਾਲ ਇਦਾਂ ਕਰਾਏ ਜਾਂਦੇ ਨੇ।